सतनाम श्री वाहिगुरू साहिब जी। गुर का शब्द रतन है, हीरे जित जड़ा शब्द रतन जित मन लागा, एहो हो असमा शब्द सिती मन मिलया, सच्चा लाया पाओ आपे हीरा रतन है, आपे जिसनों दे बुझाई। कह नानक शब्द रतन है, हीरा जित जड़ा। परम सत्कारयोग सतगुरां दी साजी निबाजी, गुरु प्यारी गुरु सवारी गुरु दा खास रूप सत्संग जीओ। आप सरबत सिख संगत का बहुत बहुत धन्यवाद किया जाता है जी। जी आया नूं आख्या जाता है, जो आप जी ने सतगुरां दी रहमत सदका, सतगुरां दी अपार कृपा सदका अमृत वेले उठ के तन का इशनान किया, गुरु दरबार दियां हाजरियां भरियां ने। सो बड़े भाग ने साध संगत जी। आओ रल मिल के सतगुरां दे वचनां दे नाल सांझ पाईए, जिन्हां वचनां दे नाल अज आपां सांझ पावांगे। वो वचन सतगुरु नानक देव महाराज साहिब उन्हां दे पवित्र मुखारबिंद तो उचारण किए हुए ने। गौड़ी महला पहला। प्रथमी ब्रह्मा काल घर आया, ब्रह्म कमल पायाल न पाया। आज्ञा नहीं लीनी भरम भुलाया। सतगुरु नानक देव महाराज साहिब इस शब्द की शुरुआत इन्हां वचनां दे द्वारा करते हैं। इस शब्द दियां जो रहाऊ वालियां पंक्तियां ने, उन्हां दे द्वारा सतगुरु कहंदे जो उपजै सो काल संघार आ, हम हर राखे गुर शब्द विचारिया। रहाओ जो उपजै, उपजै का भाव हुंदा है पैदा हुंदा है, सो का भाव हुंदा है उसनूं, काल का भाव हुंदा है मौत दे साहब ने, संघारिया का भाव हुंदा है मारिया, आत्मक जीवन वालों माया मारिया गया। पातशाह कहंदी जो उपज सो काल संघारे आ, हम हर राखे गुर शब्द विचारे आ। सतगुरु कहंदे भाई जगत दे विच जेड़ा जेड़ा जीव जन्म लैंदा है ना,
ਤੇ ਗੁਰੂ ਦਾ ਸ਼ਬਦ ਆਪਣੀ ਹਿਰਦੇ ਵਿੱਚ ਨਹੀਂ ਵਸਾਉਂਦਾ, ਮੌਤ ਦੇ ਸਹਿਮ ਨੇ ਉਸ ਦਾ ਆਤਮਿਕ ਜੀਵਨ ਪਰਹਰਲ ਨਹੀਂ ਦਿੱਤਾ। ਮੇਰੇ ਆਤਮਿਕ ਜੀਵਨ ਨੂੰ ਪਰਮਾਤਮਾ ਨੇ ਆਪ ਬਚਾ ਲਿਆ, ਕਿਉਂਕਿ ਉਸ ਦੀ ਮਿਹਰ ਦੇ ਨਾਲ ਮੈਂ ਗੁਰੂ ਦੇ ਸ਼ਬਦ ਨੂੰ ਆਪਣੀ ਹਿਰਦੇ ਦੇ ਵਿੱਚ ਵਸਾ ਲਿਆ। ਹਮ ਹਰ ਰਾਖੀ ਗੁਰ ਸ਼ਬਦ ਵਿਚਾਰਿਆ। ਤੇ ਸ਼ਬਦ ਦੀ ਸ਼ੁਰੂਆਤ ਸਤਿਗੁਰੂ ਪਾਤਸ਼ਾਹ ਕਰਦੇ ਨੇ ਕਿ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ, ਬ੍ਰਹਮ ਕਮਲ ਪਿਆਲ ਨ ਪਾਇਆ, ਆਗਿਆ ਨੇ ਲੀਨੀ ਭਰਮ ਬੁਲਾਇਆ। ਪ੍ਰਥਮੇ ਦਾ ਭਾਵ ਹੁੰਦਾ ਸਤਿਸੰਗ ਜੀ, ਸਭ ਤੋਂ ਪਹਿਲਾਂ। ਕਾਲੈ ਘਰ ਦਾ ਭਾਵ ਹੁੰਦਾ ਹੈ ਕਾਲ ਦੇ ਘਰ ਦੇ ਵਿੱਚ, ਮੌਤ ਦੇ ਸਾਹਿਮ ਦੇ ਵਿੱਚ। ਪਿਆਲ ਦਾ ਭਾਵ ਹੁੰਦਾ ਹੈ ਪਾਤਾਲ ਦੇ ਵਿੱਚ। ਬ੍ਰਹਮ ਕਮਲ ਦਾ ਭਾਵ ਹੁੰਦਾ ਹੈ ਵਿਸ਼ਨੂੰ ਦਾ ਕਮਲ, ਵਿਸ਼ਨੂੰ ਦੀ ਨਾਭੀ ਵਿੱਚੋਂ ਉੱਗੇ ਕਮਲ ਦਾ ਅੰਤ। ਭਰਮ ਦਾ ਭਾਵ ਹੁੰਦਾ ਹੈ ਭਟਕਣਾ ਦੇ ਵਿੱਚ, ਭੁਲਾਇਆ ਦਾ ਭਾਵ ਹੁੰਦਾ ਹੈ ਕੁਰਾਹੀ ਪੈ ਗਿਆ। ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹੋਰ ਜੀਵਾਂ ਦੀ ਤਾਂ ਗੱਲ ਕੀ ਕਰਨੀ ਹੈ, ਹੋਰ ਜੀਵਾਂ ਦੀ ਤਾਂ ਗੱਲ ਕੀ ਕਰਨੀ ਹੈ। ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਿਕ ਮੌਤ ਦੀ ਫਾਹੀ ਦੇ ਵਿੱਚ ਫਸ ਗਿਆ। ਬ੍ਰਹਮਾ ਹੀ ਫਸ ਗਿਆ ਮੌਤ ਦੀ ਫਾਹੀ ਦੇ ਵਿੱਚ। ਬ੍ਰਹਮਾ ਨੇ ਆਪਣੇ ਗੁਰੂ ਦੀ ਆਗਿਆ ਦੇ ਵੱਲ ਗਹੁ ਨਾ ਕੀਤਾ, ਆਪਣੇ ਗੁਰੂ ਦੀ ਆਗਿਆ ਨਹੀਂ ਮੰਨੀ ਬ੍ਰਹਮਾ ਨੇ। ਤੇ ਇਸ ਹੰਕਾਰ ਵਿੱਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਿਵੇਂ ਕਮਲ ਦੀ ਡੰਡੀ ਦੇ ਵਿੱਚੋਂ ਪੈਦਾ ਹੋ ਸਕਦਾ, ਇਸ ਹੰਕਾਰ ਦੇ ਕਾਰਨ ਬ੍ਰਹਮਾ ਭਟਕਣਾ ਦੇ ਵਿੱਚ ਪੈ ਕੇ ਕੁਰਾਹੀ ਪੈ ਗਿਆ, ਗੁਰੂ ਦੀ ਸਿੱਖਿਆ ਮੰਨਣ ਨਾ ਕਰਕੇ। ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਦੇ ਵਿੱਚੋਂ ਬ੍ਰਹਮਾ ਜੰਮਿਆ ਸੀ, ਪੈਦਾ ਹੋਇਆ ਸੀ, ਉਸ ਦਾ ਅੰਤ ਲੈਣ ਦੇ ਲਈ ਪਾਤਾਲ ਦੇ ਵਿੱਚ ਪਹੁੰਚਿਆ, ਪਰ ਬ੍ਰਹਮ ਕਮਲ ਦਾ ਅੰਤ ਨਾ ਲੱਭ ਸਕਿਆ ਤੇ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੰਕਾਰ ਦੀ ਮੌਤ ਹੈ। ਇਹ ਆਗਿਆ ਲੈਣੀ ਭਰਮ ਭੁਲਾਇਆ, ਬ੍ਰਹਮ ਕਮਲ ਪਿਆਲ ਨ ਪਾਇਆ। ਆਪਣੇ ਹੰਕਾਰ ਦੇ ਵਿੱਚ ਉਹ ਕਮਲ ਦਾ ਅੰਤ ਪਾਉਣ ਲੱਗ ਪਿਆ ਤੇ ਅੰਤ ਨਾ ਪੈ ਸਕਿਆ ਤੇ ਆਖਰ ਨੂੰ ਬ੍ਰਹਮਾ ਨੂੰ ਵੀ ਸ਼ਰਮਿੰਦਾ ਹੋਣਾ ਪਿਆ। ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ, ਪਾਸ਼ੰਗ ਦੀ ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨ ਸੋੜੈ ਬਿਨ ਗੁਰ ਕੀ ਸੇਵਾ, ਉਹ ਅਬਨਾਸੀ ਅਲਖ ਅਪੇਵਾ। ਸਭ ਦਾ ਭਾਵ ਹੁੰਦਾ ਹੈ ਸਾਰੇ, ਕਾਲ ਦਾ ਭਾਵ ਹੁੰਦਾ ਹੈ ਮੌਤ ਦਾ ਸਾਹਿਮ। ਸਤਿਗੁਰੂ ਕਹਿੰਦੇ ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਸੋੜੈ ਬਿਨ ਗੁਰ ਕੀ ਸੇਵਾ। ਸਤਿਗੁਰੂ ਕਹਿੰਦੇ ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ। ਸਾਰੇ ਦੇਵੀ ਦੇਵਤੇ
ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਨੇ। ਮਾਇਆ ਮੋਹੀ ਦੇਵੀ ਸਭ ਦੇਵਾ। ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ। ਇਹੀ ਹੈ ਆਤਮਕ ਮੌਤ। ਇਹ ਆਤਮ ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖਲਾਸੀ ਨਹੀਂ ਕਰਦੀ। ਇਸ ਆਤਮਕ ਮੌਤ ਤੋਂ ਬਚਿਆ ਹੋਇਆ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਅਬਨਾਸੀ ਅਲਖ ਅਪੇਵਾ। ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋ ਭੂਲੇ ਜਮ ਕਾ ਦੁਖ ਸਹਿਨਾ, ਮੈਂ ਧਰ ਨਾਮ ਸੋ ਰਾਖੂ ਰਹਿਣਾ। ਮੈਂ ਧਰ ਨਾਮ ਜੋ ਰਾਖੂ ਰਹਿਣਾ। ਨਾਮੋਂ ਦਾ ਭਾਵ ਹੁੰਦਾ ਹੈ ਨਾਮ ਤੋਂ। ਭੁੱਲੇ ਦਾ ਭਾਵ ਹੁੰਦਾ ਹੈ ਖੁੰਝਦਾ ਹੈ। ਮੈਂ ਦਾ ਭਾਵ ਹੁੰਦਾ ਹੈ ਮੈਨੂੰ। ਧਰ ਦਾ ਭਾਵ ਹੁੰਦਾ ਹੈ ਆਸਰਾ। ਸਤਿਗੁਰੂ ਕਹਿੰਦੇ ਉਂਝ ਤਾਂ ਸੁਲਤਾਨ ਹੋਣ, ਉਂਝ ਭਾਵੇਂ ਸੁਲਤਾਨ ਹੋਣ, ਖਾਨ ਹੋਣ, ਬਾਦਸ਼ਾਹ ਹੋਣ, ਕਿਸੇ ਨੇ ਵੀ ਇਸ ਦੁਨੀਆ ਤੇ ਸਦਾ ਨਹੀਂ ਟਿਕੇ ਰਹਿਣਾ। ਚਾਹੇ ਕੋਈ ਬਾਦਸ਼ਾਹ ਹੈ, ਚਾਹੇ ਕੋਈ ਸੁਲਤਾਨ, ਚਾਹੇ ਕੋਈ ਰਾਜਾ, ਕਿੱਡੇ ਵੱਡਾ ਰਾਜਾ ਹੋਵੇ, ਕੋਈ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ। ਕਿਸੇ ਨੇ ਨਹੀਂ ਟਿਕਿਆ ਨੇ ਰਹਿਣਾ। ਪਰ ਪਰਮਾਤਮਾ ਦੰਦੇ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਉਹ ਜਮ ਦਾ ਦੁੱਖ ਸਹਾਰਦਾ ਹੈ। ਭਾਵ ਵੀ ਜਿਹੜਾ ਵੀ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਪਰਮਾਤਮਾ ਦੇ ਗੁਣ ਨਹੀਂ ਗਾਉਂਦਾ, ਜਿਹੜਾ ਮਨੁੱਖ, ਉਸ ਮਨੁੱਖ ਨੂੰ ਜਮਦੂਤਾਂ ਦਾ ਦੁੱਖ ਸਹਾਰਨਾ ਪੈਂਦਾ ਹੈ। ਉਹ ਆਪਣੀ ਆਤਮਕ ਮੌਤ ਵੀ ਸਹੇੜ ਲੈਂਦਾ ਹੈ। ਇਸੇ ਕਰਕੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਨੂੰ ਤੇਰਾ ਨਾਮ ਹੀ ਸਹਾਰਾ ਹੈ, ਤੇ ਮੈਂ ਇਹੀ ਅਰਦਾਸ ਕਰਦਾ ਕਿ ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਦੀ ਵੀ ਜੋੜੀ ਰੱਖ। ਮੈਂ ਤੇਰੇ ਨਾਮ ਦੇ ਵਿੱਚ ਟਿਕਿਆ ਹੀ ਰਹਾਂ। ਅੱਗੇ ਸਤਿਗੁਰੂ ਬਖਸ਼ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ, ਸਹ ਮਰੈ ਸੰਚੇ ਮਾਇਆ ਦਾਮ, ਮੈਂ ਧਨ ਦੀਜੈ ਪ੍ਰਭ ਅੰਮ੍ਰਿਤ ਨਾਮ। ਮੁਕਾਮ ਦਾ ਭਾਵ ਹੁੰਦਾ ਹੈ ਪੱਕਾ ਟਿਕਾਣਾ। ਮਰਹਿ ਦਾ ਭਾਵ ਹੁੰਦਾ ਹੈ ਮਰਦੇ ਨੇ। ਸੰਚੈ ਦਾ ਭਾਵ ਹੁੰਦਾ ਹੈ ਇਕੱਠਾ ਕਰਦੇ ਨੇ। ਦਾਮ ਦਾ ਭਾਵ ਹੁੰਦਾ ਹੈ ਪੈਸੇ, ਧਨ ਦੌਲਤ। ਸਤਿਗੁਰੂ ਕਹਿੰਦੇ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ। ਚੌਧਰੀ ਹੋਣ ਜਿਨ੍ਹਾਂ ਦੀਆਂ ਹਕੂਮਤਾਂ ਚੱਲਦੀਆਂ ਨੇ, ਚਾਹੇ ਕੋਈ ਰਾਜੇ ਹੋਣ ਜਿਨ੍ਹਾਂ ਦਾ ਰਾਜ ਭਾਗ ਹੋਵੇ, ਸਤਿਗੁਰੂ ਕਹਿੰਦੇ ਇਹਨਾਂ ਦੇ ਵਿੱਚੋਂ ਦੁਨੀਆ ਤੇ ਕਿਸੇ ਦਾ ਵੀ ਪੱਕਾ ਟਿਕਾਣਾ ਨਹੀਂ। ਪਰ ਜਿਹੜੀ ਸਾਹ ਨਿਰੀ ਮਾਇਆ ਇਕੱਠੀ ਜੋੜਦੇ ਰਹਿੰਦੇ ਨੇ, ਪਰ ਜਿਨ੍ਹਾਂ ਦਾ ਧਿਆਨ ਕੇਵਲ ਤੇ ਕੇਵਲ ਮਾਇਆ ਇਕੱਠੀ ਕਰਨ ਦੇ ਵਿੱਚ ਲੱਗਿਆ ਹੋਇਆ ਹੈ, ਵੱਡੇ ਧਨੀ ਬਣਦੇ ਲਾਲਸਾ ਵਿੱਚ ਜਿਹੜੇ ਮਨੁੱਖ ਲੱਗੇ ਹੋਏ ਨੇ, ਨਿਰੇ ਪੈਸੇ ਇਕੱਠੇ ਕਰਦੇ ਰਹਿੰਦੇ ਨੇ,
सतगुरु नानक देव महाराज कहते वो आत्मक मौते मर जाते ने। हे अकाल पुरख वाहिगुरु परमेश्वर, मैनू आत्मक जीवन देने वाला अपना नाम धन बख्श। मैनू तेरी आत्मक जीवन देने वाले नाम धन की जरूरत है। पातशाह कहते राई तो माहिर मुकदम सिकदार है, निचल कोई ना दिसै संसार है, अफरियो काल कूड़ सिर मारै। सतगुरु कहते प्रजा माहिर का भाव होंदा मुखिए, प्रजा दे मुखिए चौधरी सरदार कोई भी ऐसा नहीं दिसदा जो संसार ते सदा कायम रहने वाला होवे। चाहे प्रजा दे जिहड़े मुखिए ने, चाहे कोई चौधरी है, चाहे कोई सरदार है। सतगुरु नानक देव महाराज कहते मैनू कोई नहीं ऐसा दिसदा जो संसार दे विच सदा टिकिया रह सके, पर बली काल उसके सिर उत्ते चोटा मारदा, उसनू आत्मक मौते मारदा, जिसदे हिरदे विच माया का मोह हुंदा, जिन्हां दा ध्यान केवल माया इकट्ठी करने विच लग्या रहिंदा है। उन्हां नूं काल उन्हां दे सिर ते चोटा मारदा है। सतगुरु कहंदे निहचल एक सच्चा सच सोई, जिन कर साजी तिनै सब गोई, ओह गुरमुख जापै तां पत होई। सतगुरु कहंदे सदा अटल रहने वाला, सदा कायम रहने वाला केवल ते केवल एक अकाल पुरख वाहिगुरु परमेश्वर है, जिसने ये सारी सृष्टि पैदा की, जिन्हें चौधरी पैदा किए, जिन्हें सुल्तान खान सब पैदा किए, जिन्हें प्रजा पैदा की, ते सदा कायम रहने वाला एक अकाल पुरख वाहिगुरु परमेश्वर है। वो आप ही इसनू अपने अंदर लै कर लैंदा है। जदों गुरु की शरण पिया वो परमात्मा हर थां मौजूद दिस पवे, तां जीव का आत्मिक जीवन परलदा है। तदों इसनू परमेश्वर की हजूरी विच फिर आदर मिलता है। सतगुरु कहंदे काजी सेक भेख फकीरा, बड़ा कहावै हौमै तन पीरा, काल न सोड़ै बिन सतगुर की धीरा। नीचल दा भाव हुंदा अटल सदा थिर, जिन दा भाव हुंदा जिस परमात्मा ने, तिने दा भाव हुंदा उस परमेश्वर ने, तन का भाव हुंदा तन दे विच, पीड़ा का भाव हुंदा पीड़ तकलीफ, धीरा का भाव हुंदा धीरज सहारा। पातशाह कहंदे काजी सेख भेख फकीरा, बड़ा कहावै हौमै तन पीरा, काल न सोड़ै बिन सतगुर की धीरा। काजी अखबाउण सेख अखबाउण, बड़े बड़े भेखां वाले फकीर अखबाउण, दुनिया दे विच अपने आप नूं बड़े बड़े अखबाउण, पर जे शरीर विच हंकार दी पीड़ है, जे शरीर दे विच हंकार है ना, चाहे कोई काजी अखबा रहा होवे, चाहे कोई सेख अखबा रहा होवे, बड़े बड़े भेख करदा फिरे, जे शरीर दे विच हंकार है तां मौत खलासी नहीं करदी पाई। आत्मक मौत खलासी नहीं करदी।
ਆਤਮਿਕ ਜੀਵਨ ਪ੍ਰਲਦਾ ਨਹੀਂ। ਸਤਿਗੁਰੂ ਤੋਂ ਮਿਲੇ ਨਾਮ ਆਧਾਰ ਤੋਂ ਬਿਨਾ ਇਹ ਆਤਮਿਕ ਮੌਤ ਟਿਕੀ ਹੀ ਰਹਿੰਦੀ ਹੈ ਸਿਰ ਉੱਤੇ। ਪਾਤਸ਼ਾਹ ਕਹਿੰਦੇ ਕਾਲ ਜਾਲ ਜੀਭਾ ਅਰ ਨੈਣੀ, ਕਾਨੀ ਕਾਲ ਸੁਨੇ ਬਿਖ ਬੈਣੀ, ਬਿਨ ਸ਼ਬਦੈ ਮੂਠੇ ਦਿਨ ਰਹਿਣੀ। ਜੀਭਾ ਦਾ ਭਾਵ ਹੁੰਦਾ ਹੈ ਜੀਭ ਦੇ ਰਾਹੀਂ ਰਸਨਾ ਦੇ ਦੁਆਰਾ। ਨੈਣੀ ਦਾ ਭਾਵ ਹੁੰਦਾ ਹੈ ਅੱਖਾਂ ਦੇ ਰਾਹੀਂ। ਕਾਨੀ ਦਾ ਭਾਵ ਹੁੰਦਾ ਹੈ ਕੰਨਾਂ ਦੇ ਰਾਹੀਂ। ਬਿਖ ਦਾ ਭਾਵ ਹੁੰਦਾ ਹੈ ਜ਼ਹਿਰ, ਆਤਮਿਕ ਮੌਤ ਲਿਆਉਣ ਵਾਲੀ। ਬੈਣੀ ਦਾ ਭਾਵ ਹੁੰਦਾ ਹੈ ਬਚਨ। ਮੁੱਠੀ ਦਾ ਭਾਵ ਹੁੰਦਾ ਹੈ ਲੁੱਟ ਜਾ ਜਾਂਦੇ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਾਲ ਜਾਲ ਜੀਭਾ ਅਰ ਨੈਣੀ, ਕਾਨੀ ਕਾਲ ਸੁਨੇ ਬਿਖ ਬੈਣੀ, ਬਿਨ ਸ਼ਬਦੈ ਮੂਠੀ ਦਿਨ ਰਹਿਣੀ। ਕਹਿੰਦੇ ਨਿੰਦਿਆ ਆਦਿਕ ਦੇ ਕਾਰਨ ਜੇ ਅਸੀਂ ਕਿਸੇ ਦੀ ਨਿੰਦਿਆ ਕਰੀ ਜਾਈਏ, ਨਿੰਦਿਆ ਆਦਿਕ ਦੇ ਕਾਰਨ ਜੀਵ ਦੇ ਰਾਹੀਂ, ਪਰਾਇਆ ਰੂਪ ਤੱਕਣ ਦੇ ਕਾਰਨ ਅੱਖਾਂ ਦੇ ਰਾਹੀਂ ਤੇ ਕੰਨਾਂ ਦੇ ਰਾਹੀਂ, ਕਿਉਂਕਿ ਜੀਵ ਆਤਮਿਕ ਮੌਤ ਲਿਆਉਣ ਵਾਲੇ ਨਿੰਦਿਆ ਆਦਿਕ ਦੇ ਬਚਨ ਸੁਣਦਾ ਰਹਿੰਦਾ ਹੈ। ਨਿੰਦਿਆ ਸੁਣਨੀ ਵੀ ਮਾੜੀ ਹੈ। ਇਹਨਾਂ ਕੰਨਾਂ ਦੇ ਨਾਲ ਨਿੰਦਿਆ ਸੁਣਨੀ ਵੀ ਮਾੜੀ ਹੈ। ਇਹ ਆਤਮਿਕ ਮੌਤ ਲਿਆਉਣ ਵਾਲੀ ਹੈ। ਇਹ ਆਤਮਿਕ ਮੌਤ ਦਾ ਜਾਲ ਜੀਵ ਦੇ ਸਿਰ ਉੱਤੇ ਸਦਾ ਬਣਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਇਹ ਜੀਵ, ਇਹ ਮਨੁੱਖ ਦਿਨ ਰਾਤ ਆਤਮਿਕ ਜੀਵਨ ਦੇ ਗੁਣਾਂ ਤੋਂ ਲੁੱਟਿਆ ਜਾ ਰਿਹਾ ਹੈ। ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕਰਦਾ, ਗੁਰੂ ਦਾ ਵਚਨ ਨਹੀਂ ਮੰਨਦਾ, ਗੁਰੂ ਦੇ ਸ਼ਬਦ ਦਾ ਇਹ ਆਸਰਾ ਨਹੀਂ ਲੈਂਦਾ। ਇਹ ਦਿਨ ਰਾਤ ਲੁੱਟਿਆ ਜਾ ਰਿਹਾ ਹੈ। 24 ਘੰਟੇ ਇਸ ਮਨੁੱਖ ਦੀ ਲੁੱਟ ਹੋ ਰਹੀ ਹੈ। ਭਾਵ ਦਿਨ ਰਾਤ ਦੇ ਵਿੱਚ ਸਾਨੂੰ ਸਵਾਸਾਂ ਦੇ ਰਾਹੀਂ 24,000 ਦਾ ਘਾਟਾ ਪੈ ਜਾਂਦਾ ਹੈ। ਪਾਤਸ਼ਾਹ ਕਹਿੰਦੇ ਹਿਰਦੈ ਸਾਚ ਵਸੈ ਹਰਿ ਨਾਏ, ਕਾਲ ਨਾ ਜੂਹੈ ਸਕੈ ਗੁਣ ਗਾਏ, ਨਾਨਕ ਗੁਰਮੁਖ ਸ਼ਬਦ ਸਮਾਏ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹਿਰਦੈ ਸਾਚ ਵਸੈ ਹਰਿ ਨਾਏ, ਕਾਲ ਨਾ ਜੂਹੈ ਸਕੈ ਗੁਣ ਗਾਏ, ਨਾਨਕ ਗੁਰਮੁਖ ਸ਼ਬਦ ਸਮਾਏ। ਨਾਏ ਦਾ ਭਾਵ ਹੁੰਦਾ ਹੈ ਨਾਮ ਦੇ ਵਿੱਚ। ਨਾ ਜੂਹ ਸਕੇ ਦਾ ਭਾਵ ਹੁੰਦਾ ਹੈ ਤੱਕ ਨਹੀਂ ਸਕਦਾ, ਸਹਿਮ ਨਹੀਂ ਪਾ ਸਕਦਾ, ਆਤਮਿਕ ਜੀਵਨ ਨੂੰ ਮਾਰ ਨਹੀਂ ਸਕਦਾ। ਸ਼ਬਦ ਦਾ ਭਾਵ ਹੁੰਦਾ ਹੈ ਸ਼ਬਦ ਦੇ ਰਾਹੀਂ, ਸ਼ਬਦ ਦੇ ਦੁਆਰਾ। ਸਤਿਗੁਰੂ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ, ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਪਰਮੇਸ਼ਰ, ਸਦਾ ਰਹਿਣ ਵਾਲਾ ਪਰਮੇਸ਼ਰ ਵਸਿਆ ਰਹਿੰਦਾ ਹੈ ਨਾ, ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਰਹਿੰਦਾ ਹੈ, ਪਰਮਾਤਮਾ ਦੇ ਨਾਮ ਦੀ ਕਮਾਈ ਜਿਹੜਾ ਮਨੁੱਖ ਕਰਦਾ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਦੇ ਵਿੱਚ ਸਦਾ ਟਿਕਿਆ ਰਹਿੰਦਾ ਹੈ, ਆਤਮਿਕ ਮੌਤ ਦਾ ਸਹਿਮ ਉਸ ਦੇ ਵੱਲ ਕਦੇ ਤੱਕ ਨਹੀਂ ਸਕਦਾ, ਕਿਉਂਕਿ ਉਹ ਸਦਾ ਸਿਰ ਪਰਮਾਤਮਾ ਦੇ ਗੁਣ ਗਾਉਂਦਾ ਹੈ। ਸਤਿਗੁਰੂ ਕਹਿੰਦੇ ਹੇ ਨਾਨਕ, ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਚਰਨਾਂ ਦੇ ਵਿੱਚ ਲੀਨ ਰਹਿੰਦਾ ਹੈ। ਉਹ ਮਨੁੱਖ
ਜਿਹੜਾ ਮਨੁੱਖ ਗੁਰੂ ਦੇ ਸ਼ਬਦਾਂ ਆਸਰਾ ਲੈਂਦਾ, ਜਿਹੜਾ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਚੱਲਣ ਦੀ ਕੋਸ਼ਿਸ਼ ਕਰਦਾ, ਸਾਧ ਸੰਗਤ ਜੀ, ਉਹ ਮਨੁੱਖ ਸਦਾ ਸੋਹਣੇ ਜੀਵਨ ਵਾਲਾ ਬਣਿਆ ਰਹਿੰਦਾ ਹੈ। ਗੌੜੀ ਮਹੱਲਾ ਪਹਿਲਾ। ਬੋਲੇ ਸਾਚ ਮਿਥਿਆ ਨਹੀਂ ਰਾਈ, ਚਾਲੈ ਗੁਰਮੁਖ ਹੁਕਮ ਰਜਾਈ, ਰਹੇ ਅਤੀਤ ਸੱਚੇ ਸਰਦਾਈ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਵਚਨਾਂ ਦੀ ਸ਼ੁਰੂਆਤ ਕਰਦੇ ਨੇ ਸ਼ਬਦ ਦੀ ਸੰਜਨਾ ਵਚਨਾਂ ਦੇ ਨਾਲ। ਸਤਿਗੁਰੂ ਕਹਿੰਦੇ ਬੋਲੇ ਸਾਚ ਮਿਥਿਆ ਨਹੀਂ ਰਾਈ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਰਜਾ ਦੇ ਮਾਲਕ ਪਰਮੇਸ਼ਰ ਦੇ ਹੁਕਮ ਦੇ ਵਿੱਚ ਤੁਰਦੇ ਨੇ, ਜਿਹੜੇ ਮਨੁੱਖ ਆ ਗੁਰੂ ਦੀ ਸਿੱਖਿਆ ਲੈ ਕੇ ਜਿਹੜੇ ਤੁਰਦੇ ਨੇ, ਉਹ ਸਦਾਤਰ ਪਰਮਾਤਮਾ ਦੀ ਸ਼ਰਨ ਵਿੱਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦੇ ਨੇ। ਇਸ ਵਾਸਤੇ ਉਹ ਰਤਾ ਭਰ ਵੀ ਝੂਠ ਨਹੀਂ ਬੋਲਦੇ, ਉਹ ਸਦਾ ਅਟਲ ਰਹਿਣ ਵਾਲੇ ਬੋਲ ਹੀ ਬੋਲਦੇ ਨੇ। ਉਹ ਮਨੁੱਖ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ। ਪਾਤਸ਼ਾਹ ਕਹਿੰਦੇ ਸੱਚ ਕਰ ਵੈਸਾ ਕਾਲ ਨਾ ਜੋ ਹੈ, ਮਨਮੁਖ ਕਉ ਆਵਤ ਜਾਵਤ ਦੁਖ ਮੋਹ ਹੈ। ਰਹਾਓ। ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਸਦਾਤਰ ਪਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ, ਭਾਵ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਹੈ, ਉਸ ਮਨੁੱਖ ਨੂੰ ਮੌਤ ਦਾ ਸਹਿਮ ਪੋ ਨਹੀਂ ਸਕਦਾ। ਉਸ ਦੇ ਆਤਮਿਕ ਜੀਵਨ ਨੂੰ ਕੋਈ ਖਤਰਾ ਨਹੀਂ ਹੁੰਦਾ, ਪਰ ਆਪਣੇ ਮਨ ਦੇ ਮਰੀਦ ਮਨੁੱਖ ਨੂੰ ਮੋਹ ਦੇ ਵਿੱਚ ਫਸੇ ਹੋਣ ਦੇ ਕਾਰਨ ਜਨਮ ਮਰਨ ਦਾ ਦੁੱਖ ਦਬਾਈ ਰੱਖਦਾ ਹੈ। ਜਿਹੜਾ ਮਨੁੱਖ ਆਪਣੀ ਮਰਜ਼ੀ ਦੇ ਅਨੁਸਾਰ ਚੱਲਦਾ, ਆਪਣੀ ਮਨ ਦੇ ਪਿੱਛੇ ਲੱਗ ਕੇ ਤੁਰਦਾ, ਜਿਹੜਾ ਮਨੁੱਖ ਆ, ਉਹਨੂੰ ਮੌਤ ਦਾ ਟਾਈਮ ਸਦਾ ਹੀ ਉਹ ਮਨੁੱਖ ਨੂੰ ਦਬਾਈ ਰੱਖਦਾ ਹੈ। ਪਾਤਸ਼ਾਹ ਕਹਿੰਦੇ ਅਪਿਓ ਪੀਓ ਅਕਥ ਕਥ ਕਹੀਐ, ਨਿਜ ਕਰ ਬਹਿਸ ਸਹਿਜ ਕਰ ਲਹੀਐ, ਹਰ ਰਸ ਮਾਤੇ ਇਹ ਸੁਖ ਕਹੀਐ। ਸਤਿਗੁਰੂ ਕਹਿੰਦੇ ਕੋਈ ਵੀ ਜੀਵ ਨਾਮ ਰਸ ਪੀਏ ਤੇ ਪੀ ਕੇ ਵੇਖ ਲਵੇ ਪਰਮਾਤਮਾ ਦੇ ਨਾਮ ਦਾ ਰਸ। ਬੇਅੰਤ ਗੁਣਾਂ ਦੇ ਮਾਲਕ ਪਰਮੇਸ਼ਰ ਦੀ ਸਲਾਹ ਕਰਕੇ ਨਿੱਜ ਘਰ ਦੇ ਵਿੱਚ ਟਿਕੇ ਰਹਿ ਸਕੀਦਾ ਹੈ ਤੇ ਉਸ ਸਵੈ ਰੂਪ ਦੇ ਵਿੱਚ ਬੈਠ ਕੇ ਆਤਮਿਕ ਅਡੋਲਤਾ ਦਾ ਟਿਕਾਣਾ ਲੱਭ ਲਈਦਾ ਹੈ। ਹਰ ਨਾਮ ਰਸ ਦੇ ਵਿੱਚ ਮਸਤ ਹੋਇਆ ਇਹ ਕਹਿ ਸਕੀਦਾ ਕਿ ਇਹੀ ਅਸਲ ਆਤਮਿਕ ਸੁੱਖ ਹੈ, ਜਿਹੜੇ ਪਰਮਾਤਮਾ ਦੇ ਨਾਮ ਦਾ ਰਸ ਚੱਖਦੇ ਨੇ। ਪਾਤਸ਼ਾਹ ਕਹਿੰਦੇ ਗੁਰਮਤਿ ਚਾਲ ਨੀਚਲ ਨਹੀਂ ਡੋਲੈ, ਗੁਰਮਤਿ ਸਾਚ ਸਹਿਜ ਹਰ ਬੋਲੈ, ਪੀਵੈ ਅੰਮ੍ਰਿਤ ਤਤ ਬਰੋਲੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਗੁਰੂ ਦੀ ਮੱਤ ਤੇ ਤੁਰਨ ਵਾਲੀ ਜੀਵਨ ਯੋਗਤਾ, ਗੁਰੂ ਦੀ ਸਿੱਖਿਆ ਤੇ ਤੁਰਨਾ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਇੱਕ ਐਸੀ ਯੋਗਤਾ ਹੈ ਕਿ ਇਸ ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ। ਮਾਇਆ ਦੇ ਮੋਹ ਵਿੱਚ ਇਹ ਡੋਲ ਨਹੀਂ ਸਕਦੀ ਜਿਹੜੀ ਗੁਰੂ ਦੀ ਦਿੱਤੀ ਹੋਈ ਸਿੱਖਿਆ ਹੈ। ਜਿਹੜਾ ਮਨੁੱਖ ਗੁਰੂ ਦੀ ਮਾਤਾ ਧਾਰਨ ਕਰ ਲੈਂਦਾ ਹੈ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲੈਂਦਾ ਹੈ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਉਹ ਸਦਾਤਰ ਪਰਮਾਤਮਾ ਦੇ ਆਤਮਿਕ ਅਵਸਥਾ ਦੇ ਵਿੱਚ ਟਿਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਾ ਹੈ ਤੇ ਉਹ ਅਸਲੀ ਅਤ ਨੂੰ ਫਰੋਲ ਕੇ ਇਹ ਸਭ ਕੁਝ ਲੱਭ ਲੈਂਦਾ ਹੈ। ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ ਕਿ ਸਤਿਗੁਰੂ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ, ਗਤਮਤ ਪਾਈ ਆਤਮ ਚੀਨੀ। ਸਤਿਗੁਰੂ ਕਹਿੰਦੇ ਜਿਸ ਮਨੁੱਖ ਨੇ ਪੂਰੇ ਗੁਰੂ ਦਾ ਦਰਸ਼ਨ ਕਰ ਲਿਆ,
जिस मनुख ने पूरे गुरु का दर्शन कर लिया, गुरु की सिक्ख्या ग्रहण कर लई, अपने अंतर आत्मी वसा लई, उस सिक्ख्या की खातर अपना मन ते अपना धन भेंट कर दिता। जिस मनुख ने इस सिक्ख्या की बरकत के नाल सदातर परमेश्वर के चरण में जुड़ना शुरू कर दिता, उसने अपने असली नूं पहचान लिया। उस मनुख नूं समझ आ गई कि परमात्मा सब तो उच्ची आत्मक अवस्था वाला है ते वो बेअंत वडाई वाला है। उन्होंने समझ आ जाती है जिहड़ा गुरु की सिक्ख्या नूं ग्रहण करता है। ये सन बचन सतगुरु नानक देव महाराज साहिब जी दे।